ਦੋਸਤੋ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਚੰਨੀ ਸਰਕਾਰ ਵੱਡਿਆਂ ਦੇ ਕੀਤੇ ਬਿੱਲ ਮਾਫ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਸਰਕਾਰ ਨੇ ਪਿਛਲੇ ਦਿਨੀ ਜਿਹੜਾ ਹੈਗਾ ਬਿਜਲੀ ਦੇ ਬਕਾਇਆ ਬਿੱਲ ਮਾਫ ਕਰਨ ਦਾ ਇੱਕ ਵੱਡਾ ਐਲਾਨ ਕੀਤਾ ਸੀਗਾ, ਜਿਸ ਦਾ ਸੂਬੇ ਭਰ ਦੇ ਵਿੱਚ ਹਾਕਮ ਧਿਰ ਦੇ ਵਿਧਾਇਕ ਹੋਣ ਚਾਹੇ ਹਲਕਾ ਇੰਚਾਰਜ, ਉਹ ਸਿਆਸੀ ਤੌਰ ਤੇ ਲਾਹਾ ਲੈਣ ਦੀ ਪੂਰੀ ਕੋਸ਼ਿਸ਼ਾਂ ਕਰ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਪੰਜਾਬ ਸਰਕਾਰ ਨੇ ਇਹ ਐਲਾਨ ਤਾਂ ਸਿਰਫ ਲੋੜਵੰਦ ਲੋਕਾਂ ਦੀ ਜਿਹੜੀ ਬਕਾਇਆ ਬਿੱਲ ਮਾਫ ਕਰਨ ਦਾ ਕੀਤਾ ਸੀ, ਪਰ ਇਸ ਵਗਦੀ ਗੰਗਾ ਦੇ ਵਿੱਚ ਜਿਹੜਾ ਹੈ ਵਿਧਾਇਕ ਜਿਹੜੇ ਹੈ ਉਹ ਵੀ ਹੱਥ ਧੋਂਦੇ ਦਿਖਾਈ ਦੇ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਪੂਰਾ ਮਾਜਰਾ ਕੀ ਹੈ। ਵੈਸੇ ਤਾਂ ਸਾਡੀ ਜਿਹੜੀ ਭਾਰਤੀ ਸਿਆਸਤ ਦਾ ਇਹ ਇੱਕ ਤਰ੍ਹਾਂ ਦਾ ਪਰਮਾਨੈਂਟ ਫੀਚਰ ਹੀ ਬਣ ਗਿਆ ਕਿ ਜਦੋਂ ਸਾਡੀਆਂ ਸਰਕਾਰਾਂ ਜਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਲੋਕਾਂ ਦੇ ਜੀਵਨ ਸੁਧਾਰ ਵਿੱਚ ਜਾਂ ਆਪਾਂ ਕਹਿ ਲਈਏ ਕਿ ਸੂਬੇ ਦੀ ਤਰੱਕੀ ਕਰਨ ਦੇ ਵਿੱਚ ਨਾਕਾਮ ਰਹਿੰਦੀਆਂ ਨੇ, ਤਾਂ ਉਦੋਂ ਫਿਰ ਇਹ ਚੋਣਾਂ ਦੇ ਮੌਕੇ ਇਸ ਕਿਸਮ ਦੇ ਜਿਹੜੇ ਪੈਂਤੜੇ ਹੈ ਉਹ ਲਏ ਜਾਂਦੇ ਨੇ ਜੀ ਤਾਂ ਕਿ ਜਿਹੜਾ ਇੱਕ ਖੱਪਾ ਪਿਆ ਹੁੰਦਾ ਹੈ ਉਹਦੀ ਪੂਰਤੀ ਕਰਨੀ ਹੁੰਦੀ ਹੈ। ਜੀ ਔਰ ਮੁਫਤ ਦਾ ਇੱਕ ਲਾਲਚ ਦੇ ਕੇ ਜਾਂ ਲੋਕ ਲੁਭਾਊ ਨਾਅਰੇ ਦੇ ਕੇ ਜਾਂ ਇਸ ਕਿਸਮ ਦੀਆਂ ਰਿਆਇਤਾਂ ਦਾ ਐਲਾਨ ਕਰਕੇ ਸਰਕਾਰ ਦੀ ਇੱਕ ਸੋਚ ਹੁੰਦੀ ਹੈ ਕਿ ਜਿਹੜੀ ਉਹਨਾਂ ਦੀਆਂ ਗਲਤੀਆਂ ਹੈ ਉਹਨਾਂ ਨੂੰ ਲੋਕ ਭੁਲਾ ਕੇ ਔਰ ਇਸ ਮੁਫਤ ਦੇ ਲਾਲਚ ਦੇ ਵਿੱਚ ਆ ਕੇ ਜਿਹੜੀਆਂ ਅਗਲੀਆਂ ਚੋਣਾਂ ਹੈ ਉਹਦੇ ਵਿੱਚ ਉਹਨਾਂ ਨੂੰ ਮੁੜ ਜਿਹੜੀ ਸੱਤਾ ਉਹਨਾਂ ਦੀ ਝੋਲੀ ਪਾ ਦੇਣਗੇ ਲੋਕ। ਜੀ ਇਹ ਹੁਣ ਅੱਗੇ 5 ਸੂਬਿਆਂ ਦੀਆਂ ਚੋਣਾਂ ਆ ਰਹੀਆਂ ਨੇ ਜਿਹਦੇ ਵਿੱਚ ਪੰਜਾਬ ਵੀ ਸ਼ਾਮਲ ਹੈ। ਜੀ ਔਰ ਸਾਡੀ ਜਿਹੜੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇਹ ਫੈਸਲਾ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਖਪਤਕਾਰਾਂ ਦਾ 2 ਕਿਲੋਵਾਟ ਲੋਡ ਹੈ ਜੀ ਔਰ ਉਹਨਾਂ ਦੇ ਪੁਰਾਣੇ ਜਿਹੜੇ ਬਿਜਲੀ ਦੇ ਬਿੱਲਾਂ ਦੇ ਬਕਾਏ ਖੜੇ ਨੇ, ਖਾਸ ਕਰਕੇ 29 ਸਤੰਬਰ ਤੱਕ ਜਿੰਨੇ ਵੀ ਆਉਂਦੇ ਆ ਉਹ ਸਾਰੇ ਮਾਫ ਕੀਤੇ ਜਾਣਗੇ। ਜੀ ਤਾਂ ਇਹਦੇ ਪਿੱਛੇ ਵੀ ਇੱਕ ਕਾਰਨ ਇਹ ਹੀ ਸੀ। ਵੈਸੇ ਤਾਂ ਅਤਿਸ਼ੇ ਹੁੰਦਾ ਕਿ ਸਰਕਾਰਾਂ ਜੇ ਗੁੱਡ ਪਰਫਾਰਮ ਕਰਦੀਆਂ ਨੇ, ਲੋਕ ਪੱਖੀ ਫੈਸਲੇ ਲੈਂਦੀਆਂ ਨੇ, ਅੱਛੀਆਂ ਨੀਤੀਆਂ ਬਣਾਉਂਦੀਆਂ ਨੇ, ਤਾਂ ਉਹਨਾਂ ਨੂੰ ਇਸ ਕਿਸਮ ਦੇ ਜਿਹੜੇ ਡਿਸੀਜ਼ਨ ਲੈਣ ਦੀ ਲੋੜ ਨਹੀਂ ਰਹਿੰਦੀ ਕਿ ਲੋਕਾਂ ਨੂੰ ਕਿਸੇ ਕਿਸਮ ਦਾ ਲਾਲਚ ਦਿੱਤਾ ਜਾਵੇ। ਲੋਕ ਆਪ ਹੀ ਸੂਝਵਾਨ ਹੁੰਦੇ ਨੇ, ਉਹਨਾਂ ਨੂੰ ਸਰਕਾਰਾਂ ਦੀ ਪਰਖ ਹੁੰਦੀ ਹੈ। ਪਰ ਇਹ ਡੈਲੀਬਰੇਟਲੀ ਤਰੀਕੇ ਨਾਲ ਜਿਹੜੀ ਸਾਡੇ ਪੋਲੀਟੀਸ਼ੀਅਨ ਨੇ ਉਹ ਲੋਕਾਂ ਦੇ ਮਨਾਂ ਨੂੰ ਜਿਹੜਾ ਇਸ ਕਿਸਮ ਦਾ ਰਿਆਇਤਾਂ ਦੇ ਕੇ ਉਹ ਪੋਲੂਟ ਕਰਦੇ ਨੇ, ਉਹਨਾਂ ਦੀ ਜਿਹੜੀਆਂ ਹੈਬਿਟਸ ਹੈ ਉਹਨਾਂ ਨੂੰ ਵਿਗਾੜਦੇ ਨੇ। ਜੀ ਤਾਂ ਸਰਕਾਰ ਦਾ ਜਿਹੜਾ ਲੇਟੈਸਟ ਫੈਸਲਾ ਹੈ ਇਸ ਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਹਾਕਮ ਧਿਰ ਦੇ ਨੇਤਾਗਣ ਨੇ ਉਹ ਇਹਦਾ ਸਿਆਸੀ ਲਾਹਾ ਲੈਣ ਦੇ ਲਈ ਵੱਡੀ ਪੱਧਰ 'ਤੇ ਉਹਨਾਂ ਨੇ ਇੱਕ ਮੁਹਿੰਮ ਤੋਰੀ ਹੋਈ ਹੈ ਅਤੇ ਲੋਕਾਂ ਦੇ ਵਿੱਚ ਇਸ ਸਕੀਮ ਦਾ ਪ੍ਰਚਾਰ ਕੀਤਾ ਜਾ ਰਿਹਾ ਕਿ ਉਹ ਸਾਰੀ ਡਿਫਾਲਟਿੰਗ ਅਮਾਊਂਟ 2 ਕਿਲੋਵਾਟ ਵਾਲਿਆਂ ਦੀ ਮਾਫ ਕਰ ਰਹੇ ਨੇ ਅਤੇ ਉਹਨਾਂ ਦੇ ਜਿਹੜੇ ਕੈਂਪ ਹੈ ਉਹ ਲਾਏ ਜਾ ਰਹੇ ਨੇ। ਪਰ ਹੁੰਦਾ ਕੀ ਹੈ ਕਿ ਬਾਹਰੋਂ ਦੇਖਣ ਨੂੰ ਤਾਂ ਸਾਨੂੰ ਕਈ ਗੱਲਾਂ ਇੱਦਾਂ ਲੱਗਦੀਆਂ ਨੇ ਕਿ ਜੇ 2 ਕਿਲੋਵਾਟ ਹੈ ਤਾਂ ਉਹ ਜ਼ਰੂਰੀ ਹੈ ਕਿ ਉਹ ਛੋਟੇ ਪਰਿਵਾਰ ਦਾ ਕਨੈਕਸ਼ਨ ਹੋਏਗਾ ਬਿਜਲੀ ਦਾ ਔਰ ਉਹ ਛੋਟੇ ਆਦਮੀ ਦਾ ਹੋਏਗਾ, ਛੋਟੇ ਖਪਤਕਾਰ ਉਹਦੇ ਵਿੱਚ ਸ਼ਾਮਲ ਹੋਣਗੇ। ਪਰ ਇਸ ਦੇ ਆੜ ਦੇ ਵਿੱਚ ਲੋੜਵੰਦਾਂ ਦੀ ਆੜ ਦੇ ਵਿੱਚ ਜਿਹੜੇ ਵੱਡੇ ਲੋਕ ਹੈ, ਜਿਸ ਤਰ੍ਹਾਂ ਤੁਸੀਂ ਕਹਿ ਕੇ ਵਗਦੀ ਗੰਗਾ ਦੇ ਵਿੱਚ ਹੱਥ ਧੋਣ ਵਾਲੀ ਗੱਲ ਹੋ ਜਾਂਦੀ ਹੈ, ਉਹ ਵੀ ਹੱਥ ਧੋ ਰਹੇ ਨੇ। ਤਾਂ ਅਸੀਂ ਇੱਕ ਡਾਟਾ ਜਿਹੜਾ ਪ੍ਰੋਕਿਓਰ ਕੀਤਾ ਅੱਜ, ਤਾਂ ਉਹਦੇ ਵਿੱਚ ਇੱਕ ਗੱਲ ਸਾਫ਼ ਹੋਈ ਹੈ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਪਿਛਲੇ ਦਿਨ ਕਿਹਾ ਸੀ ਕਿ 53 ਲੱਖ ਫੈਮਿਲੀ ਨੂੰ ਅਸੀਂ ਇਹ ਰਿਆਇਤ ਦੇ ਰਹੇ ਹਾਂ, ਅਜਿਹੀ ਗੱਲ ਕਿਤੇ ਵੀ ਨਹੀਂ ਹੈ। ਇਹ 19,90,000 ਲੋਕ ਹੈ ਜਿਹੜੇ ਪੰਜਾਬ ਦੇ ਇੰਨੇ ਕੁਨੈਕਸ਼ਨ ਹੈ ਉਹ ਇਸ ਸਕੀਮ ਦੇ ਦਾਇਰੇ ਦੇ ਵਿੱਚ ਆਏ ਨੇ, ਜਿਨ੍ਹਾਂ ਦਾ ਜਿਹੜਾ ਬਿਜਲੀ ਦਾ ਲੋਡ ਹੈ ਉਹ 2 ਕਿਲੋਵਾਟ ਤੱਕ ਦਾ ਹੈ। ਤਾਂ ਉਹਨਾਂ ਦੀ ਜਿਹੜੀ 1550 ਕਰੋੜ ਰੁਪਏ ਦੀ ਅਮਾਊਂਟ ਹੈ, ਜਿਹੜੀ ਰਾਸ਼ੀ ਹੈ ਉਹ ਮਾਫ ਕੀਤੀ ਜਾਣੀ ਹੈਗੀ ਹੈ। ਤਾਂ ਦੇਖਿਆ ਜਾਵੇ ਤਾਂ ਜੇ ਜ਼ਿਆਦਾ ਡਿਫਾਲਟਿੰਗ ਅਮਾਊਂਟ ਜਿਹੜੇ ਇਲਾਕਿਆਂ ਦੀ ਖੜੀ ਹੈ ਉਹ ਉਹਨਾਂ ਇਲਾਕਿਆਂ ਦੀ ਹੈ ਜਿੱਥੇ ਬਿਜਲੀ ਚੋਰੀ ਵੱਡੀ ਪੱਧਰ 'ਤੇ ਹੁੰਦੀ ਹੈ। ਇਹਦਾ ਮਤਲਬ ਜਿਹੜੇ ਗੁੱਡ ਪੇ ਮਾਸਟਰ ਹੈ ਨੇ ਉਹਨਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ। ਜਿਨ੍ਹਾਂ ਲੋਕਾਂ ਦੀ ਅਮਾਊਂਟ ਖੜੀ ਹੈ, ਡਿਫਾਲਟਰ ਬਣੇ ਨੇ, ਉਹਨਾਂ ਨੂੰ ਇਹਦਾ ਫਾਇਦਾ ਮਿਲੇਗਾ। ਦੇਖੋ, ਅਤਿਸ਼ ਮੋਟੇ ਤੌਰ 'ਤੇ ਇਹ ਹੁੰਦਾ ਕਿ ਬੰਦਾ ਡਿਫਾਲਟਰ ਕਿਉਂ ਹੁੰਦਾ ਹੈ। ਇੱਕ ਡਿਫਾਲਟਰ ਉਹ ਹੁੰਦਾ ਹੈ ਜਿਨ੍ਹਾਂ ਕੋਲੇ ਆਮਦਨ ਦਾ ਕੋਈ ਵਸੀਲਾ ਨਹੀਂ, ਜਿਨ੍ਹਾਂ ਕੋਲ ਬਿੱਲ ਭਰਨ ਦਾ ਕੋਈ ਵਸੀਲਾ ਨਹੀਂ ਹੈਗਾ। ਇੱਕ ਡਿਫਾਲਟਰ ਤਾਂ ਉਹ ਹੁੰਦੇ ਜਿਨ੍ਹਾਂ ਨੂੰ ਅਸੀਂ ਲੋੜਵੰਦ ਕਹਿ ਸਕਦੇ ਹਾਂ। ਦੂਸਰੇ ਡਿਫਾਲਟਰ ਉਹ ਹੁੰਦੇ ਆ ਜਿਨ੍ਹਾਂ ਦੀ ਪਿੱਠ ਹੈ ਜਿਹੜੀ ਸਿਆਸੀ ਲੋਕਾਂ ਨਾਲ ਲੱਗਦੀ ਹੈ, ਜਾਂ ਉਹ ਕਿਸੇ ਤਰ੍ਹਾਂ ਸਿਆਸੀ ਪਹੁੰਚ ਰੱਖਦੇ ਜਾਂ ਰਸੂਖ ਰੱਖਦੇ ਨੇ, ਜਾਂ ਖੁਦ ਪੋਲੀਟੀਸ਼ੀਅਨ ਨੇ ਜਿਹੜੇ ਜਾਣ-ਬੁੱਝ ਕੇ ਜਿਹੜਾ ਆਪਣਾ ਬਿੱਲ ਹੈ ਉਹ ਪੇ ਨਹੀਂ ਕਰਦੇ। ਤਾਂ ਇਹਦੇ ਕੇਸ ਦੇ ਵਿੱਚ ਵੀ ਇੱਦਾਂ ਹੀ ਹੋਣਾ ਹੈ ਕਿ ਇੱਕ ਗਲਤ ਜਿਹੜੀ ਰਵਾਇਤ ਹੈ
ਉਹ ਧਾਰਨਾ ਹੈ ਉਹ ਬਣੇਗੀ ਆਉਣ ਵਾਲੇ ਟਾਈਮ ਦੇ ਵਿੱਚ। ਇਹਨਾਂ ਨੂੰ ਦੇਖ ਕੇ ਜਿਹੜੇ ਗੁੱਡ ਪੇ ਮਾਸਟਰ ਏ ਉਹਨਾਂ ਨੂੰ ਵੀ ਲੱਗੇਗਾ ਕਿ ਅਸੀਂ ਕੋਈ ਬਿੱਲ ਪੇ ਕਰੀਏ ਕਿ ਸਰਕਾਰਾਂ ਨੇ ਜਿਹੜੇ ਮਾਫ ਕਰ ਦੇਣੇ ਹੁੰਦੇ ਨੇ। ਜੀ ਤਾਂ ਇਹਦੇ ਵਿੱਚ ਵੀ ਇੱਕ ਗੱਲ ਸਾਹਮਣੇ ਆਈ ਹੈਗੀ ਹੈ ਜਦੋਂ ਅਸੀਂ ਨੂੰ ਅੱਗੇ ਟੈਬੂਲੇਟ ਕੀਤਾ ਪੂਰੇ ਡਾਟੇ ਨੂੰ, ਤਾਂ ਉਹਦੇ ਵਿੱਚ ਤਕਰੀਬਨ 10,644 ਖਪਤਕਾਰ ਉਹ ਨੇ ਜਿਨ੍ਹਾਂ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ 1 ਲੱਖ ਰੁਪਏ ਤੋਂ ਉੱਪਰ ਦਾ ਖੜਾ ਸੀ। ਉਹਨਾਂ ਨੂੰ 1 ਲੱਖ ਰੁਪਏ ਤੋਂ 1 ਲੱਖ ਰੁਪਏ ਜਾਂ ਉਸ ਤੋਂ ਉੱਪਰ ਦਾ ਉਹਨਾਂ ਨੂੰ ਫਾਇਦਾ ਮਿਲਣਾ ਹੈ। ਜੀ ਤੇ 250 ਖਪਤਕਾਰ ਆਤਿਸ਼ ਉਹ ਨੇ ਜਿਨ੍ਹਾਂ ਨੂੰ 5 ਲੱਖ ਜਾਂ 5 ਲੱਖ ਤੋਂ ਉੱਪਰ ਦਾ ਫਾਇਦਾ ਮਿਲਣਾ ਹੈ। ਜੀ 4 ਲੱਖ ਫੈਮਲੀਜ਼ ਉਹ ਨੇ ਜਿਨ੍ਹਾਂ ਦਾ ਬਿਜਲੀ ਬਿੱਲ ਸਿਰਫ 5,000 ਦਾ ਬਕਾਇਆ ਖੜਾ ਸੀਗਾ। ਜੀ ਤਾਂ ਇਹਦੇ ਵਿੱਚ ਇੱਕ ਮੋਟੇ ਅੰਦਾਜ਼ੇ ਦੇ ਅਨੁਸਾਰ ਇਹੀ ਲੱਗਦਾ ਹੈਗਾ ਕਿ ਜਿਹੜੇ ਪਹੁੰਚ ਵਾਲੇ ਲੋਕ ਹੈ, ਜ਼ਰੂਰੀ ਨਹੀਂ ਕਿ ਉਹਨਾਂ ਕੋਲੇ, ਹੁਣ ਜਿਸ ਤਰ੍ਹਾਂ ਅਸੀਂ ਇਨਵੈਸਟੀਗੇਟ ਕੀਤਾ ਹੈਗਾ ਕਿ ਹਲਕਾ ਪੱਟੀ ਤੋਂ ਜਿਹੜੇ ਕਾਂਗਰਸ ਦੇ ਵਿਧਾਇਕ ਹੈ ਹਰਮਿੰਦਰ ਸਿੰਘ ਗਿੱਲ, ਉਹਨਾਂ ਨੂੰ ਵੀ ਇਸ ਸਕੀਮ ਦਾ ਲਾਹਾ ਮਿਲ ਰਿਹਾ ਹੈ। ਉਹਨਾਂ ਦਾ ਜਿਹੜਾ ਹੁਣ ਬਿੱਲ ਤਿਆਰ ਹੋਇਆ ਲੇਟੈਸਟ ਅਕਤੂਬਰ ਮਹੀਨੇ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਸਿਰਫ 1,60,000 ਹੈ ਜਿਹੜਾ ਆਪਣਾ ਬਿਜਲੀ ਦਾ ਬਿੱਲ ਹੈ ਉਹ ਪੇ ਕਰਨਾ ਹੈ। ਹੁਣ ਦੇਖਣ ਨੂੰ ਇਹ ਗੱਲ ਲੱਗਦੀ ਨਹੀਂ ਕਿ ਬਹੁਤੇ ਲੋਕ ਇਹ ਪੁਆਇੰਟ ਆਊਟ ਵੀ ਕਰਦੇ ਨੇ ਕਿ ਹਰਮਿੰਦਰ ਸਿੰਘ ਗਿੱਲ ਹੋਲਾਂ ਦਾ ਬਿਜਲੀ ਦਾ ਲੋਡ ਹੈ ਜਿਹੜਾ ਉਹ ਤਾਂ 2 ਕਿਲੋਵਾਟ ਤੋਂ ਜ਼ਿਆਦਾ ਦਾ ਹੋਏਗਾ। ਬਿਲਕੁਲ ਐਕਚੁਅਲੀ ਪ੍ਰੈਕਟੀਕਲੀ ਤਾਂ ਉਹ ਲੋਡ ਹੈ ਜਿਹੜਾ ਉਹ 11 ਕਿਲੋਵਾਟ ਖੁਦ ਵੀ ਕਬੂਲ ਕਰਦੇ ਨੇ। ਜੀ ਗਿੱਲ ਸਾਹਿਬ ਦੀ ਜਿਹੜੀ ਆਪਣੀ ਰਿਹਾਇਸ਼ ਹੈ ਅੰਮ੍ਰਿਤਸਰ ਦੇ ਵਿੱਚ EE 32, ਜੀ ਉਹਦੇ ਵਿੱਚ ਜਿਹੜਾ ਬਿਜਲੀ ਦਾ ਮੀਟਰ ਲੱਗਿਆ ਹੋਇਆ ਜਸਵਿੰਦਰ ਸਿੰਘ ਦੇ ਨਾਮ ਤੇ, ਉਹਦੀ 1 ਕਿਲੋਵਾਟ ਲੋਡ ਹੈ ਉਹਦਾ, ਤੇ ਉਹਨਾਂ ਨੂੰ ਇਸ ਸਕੀਮ ਦੇ ਵਿੱਚ 19,80,000 ਰੁਪਏ ਦਾ ਜਿਹੜਾ ਫਾਇਦਾ ਪਹੁੰਚਿਆ ਹੋਇਆ ਹੈ। ਜੀ ਵੈਸੇ ਤਾਂ ਪੂਰਾ ਪੱਟੀ ਹਲਕੇ ਦੇ ਹੀ ਇਸ ਕਿਸਮ ਦੇ ਹਾਲਾਤ ਨੇ ਕਿ ਖਾਸ ਕਰਕੇ ਪੱਟੀ ਸਬ ਡਿਵੀਜ਼ਨ ਹੈ ਜਿਹੜੀ, ਉਹਦੇ ਵਿੱਚ 88% ਲੋਕ ਹੈ ਜਿਹੜੇ ਉਹ ਬਿਜਲੀ ਚੋਰੀ ਕਰਦੇ ਨੇ। ਜੀ ਸਿਰਫ 12% ਲੋਕ ਹੈ ਜਿਹੜੇ ਬਿੱਲ ਪੇ ਕਰਦੇ ਨੇ। ਉਹਨਾਂ ਦੇ ਵੀ ਅੱਗੇ ਆਪਾਂ ਦੇਖੀਏ ਤਾਂ 12% ਦੇ ਵਿੱਚੋਂ ਵੀ ਜਿਹੜੇ 5% ਹੀ ਹੈ ਜਿਨ੍ਹਾਂ ਦਾ ਟਾਈਮਲੀ ਜਿਹੜਾ ਬਿੱਲ ਹੈ ਬਿਜਲੀ ਬੋਰਡ ਕੋਲ ਆ ਰਿਹਾ ਹੈਗਾ। ਤਾਂ ਏਡੀ ਵੱਡੀ ਪੱਧਰ ਤੇ ਜਿਹੜੀ ਬਿਜਲੀ ਦੀ ਚੋਰੀ ਹੋ ਰਹੀ ਹੈ। ਤਾਂ ਇਹ ਤਾਂ ਗਿੱਲ ਸਾਹਿਬ ਖੁਦ ਵੀ ਆਖਦੇ ਨੇ ਕਿ ਮੇਰੇ ਹਲਕੇ ਦੇ ਵਿੱਚ 80 ਕਰੋੜ ਦਾ ਲੋਕਾਂ ਨੂੰ ਫਾਇਦਾ ਹੋਣਾ ਹੈਗਾ। ਤਾਂ ਅਸੀਂ ਇਹ ਫਾਇਦਾ ਕਿੰਨਾ ਲੋਕਾਂ ਨੂੰ, ਬਾਰਡਰ ਰੇਂਜ ਦੇ ਜਿਹੜੇ ਜਿਸ ਤਰ੍ਹਾਂ ਭਿੱਖੀਵਿੰਡ ਹੋ ਗਿਆ ਉੱਥੇ ਬਿਜਲੀ ਦੀ ਚੋਰੀ ਬਹੁਤ ਹੁੰਦੀ ਹੈ। ਤਾਂ ਮੋਟੇ ਇੱਕ ਅੰਦਾਜ਼ੇ ਦੇ ਅਨੁਸਾਰ ਤਕਰੀਬਨ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਪੰਜਾਬ ਦੇ ਵਿੱਚ ਹੋ ਜਾਂਦੀ ਹੈਗੀ ਹੈ। ਤਾਂ ਇਹ ਚੰਨੀ ਸਰਕਾਰ ਦੀ ਜਿਹੜੀ ਇਹ ਸਕੀਮ ਹੈ, ਤਾਂ ਇਹਦੇ ਵਿੱਚ ਤਾਂ ਇੱਕ ਤਾਂ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਤਾਂ ਇਹ ਹੋ ਜਾਂਦਾ ਕਿ ਜਦੋਂ ਚੋਣਾਂ ਹੁੰਦੀਆਂ ਨੇ ਜਿਹੜੇ ਸਿਆਸਤਦਾਨ ਹੈ ਉਹ ਆਪਣੇ ਹਲਕੇ ਦੇ ਵਿੱਚ ਬਿਜਲੀ ਨਹੀਂ ਫੜਨ ਦਿੰਦੇ। ਜੀ ਬਿਜਲੀ ਦੀ ਜਿਹੜੀ ਚੋਰੀ ਹੈ ਉਹ ਵੱਧ ਜਾਂਦੀ ਹੈ। ਇੱਕ ਤਾਂ ਬਿਜਲੀ ਚੋਰੀ ਦੇ ਵਿੱਚ ਰਗੜਾ ਲੱਗ ਜਾਂਦਾ ਬਿਜਲੀ ਬੋਰਡ ਨੂੰ, ਦੂਸਰਾ ਤੁਸੀਂ ਇਸ ਤਰ੍ਹਾਂ ਮਾਫ ਕਰਕੇ ਨਵੇਂ ਹੋਰ ਡਿਫਾਲਟਰ ਹੈ ਜਿਹੜੇ ਉਹਨਾਂ ਲਈ ਮੁੱਢ ਬੰਨ੍ਹ ਦਿੰਦੇ ਹੋ। ਤਾਂ ਸਾਡੇ ਕੋਲ ਹਰਮਿੰਦਰ ਸਿੰਘ ਗਿੱਲ ਵਾਲੀ ਹੈ ਜਿਹੜੀ ਇੱਕ ਪੈਟ ਐਗਜ਼ਾਮਪਲ ਸਾਡੇ ਸਾਹਮਣੇ ਆਈ ਹੈ। ਪਿੱਛੇ ਇੱਕ ਫਿਰੋਜ਼ਪੁਰ ਦੀ ਜਿਹੜੀ ਮਹਿਲਾ ਵਿਧਾਇਕ ਸੀਗਾ, ਉਹਦੇ ਵੀ ਜਿਹੜੇ ਬਿਜਲੀ ਦਾ ਬਿੱਲ ਹੈ 0 ਯੂਨਿਟ ਆ ਰਿਹਾ ਸੀ, ਉਹ ਵੀ ਅਸੀਂ ਰਿਪੋਰਟ ਕੀਤਾ ਸੀਗਾ। ਤਾਂ 2 ਸਾਲ ਪਹਿਲਾਂ ਦੀ ਗੱਲ ਹੈ ਕਿ ਜਦੋਂ 200 ਯੂਨਿਟ ਮਾਫ ਕਰਨ ਦੀ ਗੱਲ ਚੱਲੀ ਸੀ, ਤਾਂ ਕੈਬਨਿਟ ਦੇ ਵਿੱਚ ਇੱਕ ਫੈਸਲਾ ਕੀਤਾ ਸੀ ਕਿ ਜਿਹੜੇ ਇਨਕਮ ਟੈਕਸ ਪੇਈ ਨੇ ਉਹਨਾਂ ਨੂੰ ਇਸ ਰਿਆਇਤ ਦਾ ਜਿਹੜਾ ਫਾਇਦਾ ਨਹੀਂ ਮਿਲੇਗਾ। ਤਾਂ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਨੂੰ, ਮੌਜੂਦਾ ਸਰਕਾਰ ਨੂੰ, ਕਿ ਜਦੋਂ ਹੁਣ ਪੁਰਾਣੇ ਬਿਜਲੀ ਦੇ ਬਿੱਲਾਂ ਦੇ ਬਕਾਏ ਮਾਫ ਕਰਨੇ ਸੀ ਤਾਂ ਇਸ ਕਿਸਮ ਦੀ ਕੋਈ ਕੰਡੀਸ਼ਨ ਜ਼ਰੂਰ ਲਾਈ ਜਾਣੀ ਚਾਹੀਦੀ ਸੀ, ਤਾਂ ਕਿ ਜਿਹੜੇ ਅਸਲੀ ਲੋੜਵੰਦ ਹੈ ਉਹਨਾਂ ਨੂੰ ਇਹਨਾਂ ਦਾ ਫਾਇਦਾ ਮਿਲਦਾ, ਨਾ ਕਿ ਜਿਹੜੇ ਪੋਲੀਟੀਸ਼ੀਅਨ ਹੈ ਜਾਂ ਉਹਨਾਂ ਦੇ ਜਿਹੜੇ ਨੇੜਲੇ ਹੈ ਉਹਨਾਂ ਨੂੰ ਕੋਈ ਫਾਇਦਾ ਮਿਲਦਾ। ਜੀ ਚਰਨਜੀਤ ਜੀ, ਹਾਕਮ ਧਿਰ ਦੇ ਨੇਤਾ ਵੀ ਜਿਹੜੇ ਹੈਗੇ ਆ ਵੱਖ-ਵੱਖ ਥਾਵਾਂ ਤੇ ਕੈਂਪ ਲਾ ਕੇ ਇਹ ਪ੍ਰਚਾਰ ਕਰਨ ਲੱਗੇ ਹੋਏ ਨੇ ਵੀ ਕਿ ਜਿਹੜੇ ਫਾਰਮ ਭਰਨਗੇ ਲੋਕ ਉਹਨਾਂ ਦੇ ਜਿਹੜੇ ਹੈ ਸਿਰਫ ਬਿਜਲੀ ਦੇ ਬਿੱਲ ਮਾਫ ਹੋਣਗੇ। ਜਦਕਿ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਸਾਫ਼ ਤੌਰ ਤੇ ਐਲਾਨ ਸੀ ਵੀ ਕਿ ਜਿਨ੍ਹਾਂ ਦਾ ਲੋਡ 2 ਕਿਲੋਵਾਟ ਤੋਂ ਘੱਟ ਹੈ ਉਹਨਾਂ ਸਭ ਦੇ ਬਕਾਇਆ ਬਿੱਲ ਜਿਹੜੇ ਨੇ ਮਾਫ ਹੋਣਗੇ। ਅਸੀਂ ਜਾਣਨਾ ਚਾਹਾਂਗੇ ਇਸ ਗੱਲ 'ਚ ਸੱਚਾਈ ਕਿੰਨੀ ਕੁ ਹੈ। ਦੇਖੋ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈਗੀ ਹੈ, ਪਰ ਸਾਡੇ ਜਿਹੜੇ ਹਲਕਾ ਇੰਚਾਰਜ ਹੈ ਕਾਂਗਰਸ ਪਾਰਟੀ ਦੇ, ਜਾਂ ਵਿਧਾਇਕ ਹੈ ਜਾਂ ਵਜ਼ੀਰ ਹੈ, ਉਹ ਇਹਨਾਂ ਦਿਨਾਂ ਦੇ ਵਿੱਚ ਇਸ ਸਕੀਮ ਨੂੰ ਪੂਰਾ ਨਿਭਾਉਣ ਦੇ ਵਿੱਚ ਲੱਗੇ ਹੋਏ ਨੇ ਕਿ ਲੋਕਾਂ ਦੇ ਉੱਪਰ ਇਹਨਾਂ ਦਿਨਾਂ 'ਚ ਕੈਂਪ ਲਾ ਕੇ ਅਹਿਸਾਨ ਕੀਤਾ ਜਾਵੇ ਕਿ ਅਸੀਂ ਤੁਹਾਨੂੰ ਇਹ ਫਾਇਦਾ ਦੇ ਰਹੇ ਹਾਂ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਤੁਸੀਂ ਇਸ ਦਾ ਮੁੱਲ ਹੈ ਜਿਹੜਾ ਮੋੜਨਾ ਹੈ। ਅਸੀਂ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਦਰਸ਼ਕਾਂ ਨਾਲ ਇਹ ਗੱਲ ਜ਼ਰੂਰ ਸਾਂਝੀ ਵੀ ਕਰਨਾ ਚਾਹੁੰਦੇ ਹਾਂ ਔਰ ਉਹਨਾਂ ਨੂੰ ਇਹ ਜਾਗਰੂਕ ਵੀ ਕਰਨਾ ਚਾਹੁੰਦੇ ਹਾਂ ਕਿ ਕੋਈ ਵੀ ਵਿਅਕਤੀ ਅਗਰ ਉਹਨਾਂ ਵਿਸ਼ੇਸ਼ ਕੈਂਪਾਂ ਦੇ ਵਿੱਚ ਫਾਰਮ ਨਹੀਂ ਵੀ ਭਰੇਗਾ ਬਿਜਲੀ ਦੇ ਬਕਾਏ ਮਾਫ ਕਰਾਉਣ ਦੇ ਲਈ, ਤਾਂ ਵੀ ਉਹਨਾਂ ਦਾ ਬਿੱਲ ਹੈ ਜਿਹੜਾ ਉਹ ਮਾਫ ਹੋ ਕੇ ਆਏਗਾ, ਕਿਉਂਕਿ ਬਿਜਲੀ ਬੋਰਡ ਦਾ, ਪਾਵਰਕੌਮ ਦਾ ਆਪਣਾ ਕੰਪਿਊਟਰਾਈਜ਼ਡ ਸਿਸਟਮ ਹੈ ਔਰ ਉਹਨਾਂ ਕੋਲ ਸਾਰਾ ਡਾਟਾ ਕਿ 2 ਕਿਲੋਵਾਟ ਤੋਂ ਘੱਟ ਵਾਲੇ ਕਿੰਨੇ ਖਪਤਕਾਰ ਨੇ ਔਰ ਉਹਨਾਂ ਦੇ ਵੱਲ ਜਿਹੜੇ ਕਿੰਨੇ ਬਕਾਏ ਖੜੇ ਨੇ। ਉਹ ਜਦੋਂ ਵੀ ਹੁਣ ਕਿਸੇ ਵੀ ਖਪਤਕਾਰ ਦਾ ਅਗਲਾ ਬਿੱਲ ਆਉਣਾ ਹੈਗਾ ਤਾਂ ਉਹਦੇ ਵਿੱਚ ਆਟੋਮੈਟਿਕਲੀ ਜਿਹੜਾ ਉਹ ਮਾਫੀ ਹੈ ਜਿਹੜੀ
ਏਰੀਅਰ ਹੈ ਉਹ ਦਰਜ ਕੀਤੇ ਹੋਏ ਹੋਣਗੇ ਕਿ ਇੰਨੇ ਮਾਫ ਹੈ, ਤੁਹਾਡੇ ਪੁਰਾਣੇ ਬਕਾਏ ਕੀਤੇ ਜਾ ਰਹੇ ਨੇ। ਪਰ ਸਾਡੇ ਜਿਹੜੇ ਹਾਕਮ ਧਿਰ ਦੇ ਨੇਤਾ ਨੇ ਇਹ ਇਸ ਗੱਲ ਦਾ ਪ੍ਰਚਾਰ ਵੱਡੀ ਪੱਧਰ ਤੇ ਕਰ ਰਹੇ ਨੇ ਕਿ ਉਹ ਜਿਹੜੇ ਕੈਂਪ ਲਗਾ ਰਹੇ ਨੇ ਉਹਨਾਂ ਦੇ ਵਿੱਚ ਅਗਰ ਜਿਹੜੇ ਖਪਤਕਾਰ ਹੈ, ਜਿਹੜੇ ਐਲੀਜੀਬਲ ਆ ਬੰਦੇ ਨੇ ਇਹਦੇ ਵਿੱਚ ਸਕੀਮ ਦੇ ਵਿੱਚ, ਅਗਰ ਜੇ ਉਹ ਫਾਰਮ ਨਹੀਂ ਭਰਨਗੇ ਤਾਂ ਉਹਨਾਂ ਦੇ ਬਿਜਲੀ ਦਾ ਬਿੱਲ ਹੈ ਜਿਹੜਾ ਪੁਰਾਣਾ ਬਕਾਏ ਹੈ ਉਹ ਮਾਫ ਨਹੀਂ ਹੋਣਗੇ। ਇਸ ਕਿਸਮ ਦਾ ਇੰਪ੍ਰੈਸ਼ਨ ਹੈ ਜਿਹੜਾ ਉਹ ਲੋਕਾਂ ਨੂੰ ਦਿੱਤਾ ਜਾ ਰਿਹਾ। ਉਹਦਾ ਕਾਰਨ ਇੱਕੋ ਹੀ ਹੈ ਕਿ ਲੋਕਾਂ ਨੂੰ ਆਪਣੇ ਮੱਥੇ ਲਾਉਣਾ ਹੈ। ਹਰ ਹਲਕੇ ਦੇ ਵਿੱਚ ਮੈਂ ਦੇਖਿਆ ਹੈਗਾ ਕਿ ਉਹਨਾਂ ਨੇ ਇੱਕ ਫਾਰਮ ਛਪਾ ਲਿਆ ਹੈਗਾ, ਉਹਦੇ ਉੱਪਰ ਮੁੱਖ ਮੰਤਰੀ ਦੀ ਫੋਟੋ ਔਰ ਉਸ ਤੋਂ ਵੱਡੀ ਫੋਟੋ ਉਸ ਹਲਕੇ ਦੇ ਇੰਚਾਰਜ ਦੀ ਜਾਂ ਉਸ MLA ਦੀ ਛਾਪੀ ਗਈ ਆ ਫਾਰਮ ਦੇ ਉੱਪਰ, ਔਰ ਉਹ ਖਪਤਕਾਰਾਂ ਤੋਂ ਭਰਾਏ ਜਾਣਗੇ। ਉਹਦੇ ਵਿੱਚ ਬਿਜਲੀ ਬੋਰਡ ਦੇ ਅਧਿਕਾਰੀ ਵੀ ਇਹਨਾਂ ਕੈਂਪਾਂ 'ਚ ਪਹੁੰਚਦੇ ਨੇ। ਹੋਣਾ ਕੀ ਹੈ, ਇਹਨਾਂ ਫਾਰਮਾਂ ਦੇ ਜਿਹੜੇ ਭਰਾਏ ਜਾ ਰਹੇ ਨੇ ਇਹਨਾਂ ਦੀ ਇੱਕ ਵੱਡੀ ਬੰਡਲ ਬਣ ਜਾਏਗਾ। ਉਹ ਬੰਡਲ ਬਣ ਕੇ SDO ਦੇ ਦਫ਼ਤਰ 'ਚ ਆ ਜਾਏਗਾ ਤੇ ਉੱਥੇ ਉਹ ਮਹਿਜ਼ ਰੱਦੀ ਹੈ, ਕਿਉਂਕਿ SDO ਨੇ ਨਾ ਤਾਂ ਉਹਨੂੰ ਤਸਦੀਕ ਕਰਨਾ ਹੈ, ਨਾ ਹੀ ਉਹਨੂੰ ਰਿਕਮੈਂਡ ਕਰਕੇ ਉੱਪਰ ਹੈੱਡ ਆਫਿਸ ਦੇ ਵਿੱਚ ਭੇਜਣਾ ਹੈ, ਕਿਉਂਕਿ ਇਹ ਤਾਂ ਆਲਰੇਡੀ ਡਾਟਾ ਉਹਨਾਂ ਕੋਲ ਹੈ ਕਮਰਸ਼ੀਅਲ ਵਿੰਗ ਕੋਲੇ, ਪਾਵਰਕੌਮ ਦੇ ਕੋਲੇ। ਉਹਨਾਂ ਨੇ ਆਟੋਮੈਟਿਕਲੀ ਬਿੱਲਾਂ ਦੇ ਵਿੱਚ ਐਡਜਸਟ ਕਰਨਾ ਹੈ। ਇਹ ਲੋਕਾਂ ਨੂੰ ਜਿੱਥੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਉੱਥੇ ਇਸ ਸਕੀਮ ਦਾ ਸਿਆਸੀ ਲਾਹਾ ਲੈਣ ਦੇ ਰਹੀ ਜਿਹੜੇ ਸਾਡੇ ਪੋਲੀਟੀਸ਼ੀਅਨ ਹੈ ਉਹ ਲੋਕਾਂ ਤੇ ਅਹਿਸਾਨ ਵੀ ਜਿਹੜੇ ਜਿਤਾ ਰਹੇ ਨੇ। ਹਾਲਾਂਕਿ ਸਭ ਤੋਂ ਵੱਡਾ ਰਗੜਾ ਇਹਦੇ 'ਚ ਪੋਲੀਟੀਸ਼ੀਅਨ ਆਪਦੇ ਕੋਲੋਂ ਤਾਂ ਕੁਛ ਨਹੀਂ ਦੇ ਰਹੇ। ਇਹ ਟੈਕਸ ਪੇਅਰ ਦਾ ਹੀ ਪੈਸਾ ਜਿਹੜਾ ਉਹਨਾਂ ਦੇ ਲੋਕਾਂ ਨੂੰ ਰਿਆਇਤ ਦੇ ਰੂਪ ਦੇ ਵਿੱਚ ਜਾਣਾ ਹੈਗਾ, ਇਹਦਾ ਬੋਝ ਵੀ ਆਮ ਲੋਕਾਂ 'ਤੇ ਹੀ ਪੈਣਾ ਹੈ। ਪਾਵਰਕੌਮ ਨੂੰ ਤਾਂ ਕਿੰਨਾ ਰਗੜਾ ਪਹਿਲਾਂ ਹੀ ਲੱਗ ਚੁੱਕਾ ਹੈਗਾ। ਹੁਣ ਤੁਹਾਡੇ ਚੇਤੇ ਹੋਏਗਾ ਕਿ ਕੁਝ ਅਰਸਾ ਪਹਿਲਾਂ ਜਦੋਂ ਗੱਠਜੋੜ ਦੀ ਸਰਕਾਰ ਸੀ ਤਾਂ ਉਹਨਾਂ ਨੇ 200 ਯੂਨਿਟ ਮਾਫ ਕੀਤੇ ਸੀ ਜਦੋਂ, ਤਾਂ ਉਹਦੇ 137 ਕਰੋੜ ਰੁਪਏ ਦੇ ਬਕਾਏ ਹਜੇ ਵੀ ਖੜੇ ਨੇ। ਤਾਂ ਪਾਵਰਕੌਮ ਨੇ ਮੰਗਿਆ ਹੋਣ ਵਾਲੀ ਮੌਜੂਦਾ ਸਰਕਾਰ ਤੋਂ ਕਿ ਇਹ ਬਕਾਏ ਤੁਹਾਨੂੰ ਤੁਸੀਂ ਮਾਫੀ ਦਿੱਤੀ ਸੀ, ਸਾਨੂੰ ਦਿਓ, ਤੇ ਪੰਜਾਬ ਸਰਕਾਰ ਉਸ ਗੱਲ ਤੋਂ ਮੁੱਕਰ ਗਈ ਕਿ ਅਸੀਂ ਨਹੀਂ ਦੇ ਸਕਦੇ ਆ 137 ਕਰੋੜ ਦਾ। ਇਸ ਤਰ੍ਹਾਂ ਜਿੰਨੀਆਂ ਹੋਰ ਸਬਸਿਡੀਆਂ ਹੈਗੀਆਂ ਨੇ ਤਾਂ ਘੱਟੋ ਘੱਟ 5000 ਕਰੋੜ ਰੁਪਏ ਦੀ ਸਬਸਿਡੀ ਹੈ ਪਾਵਰਕੌਮ ਨੇ, ਉਹ ਹਜੇ ਸਰਕਾਰ ਤੋਂ ਲੈਣੀ ਹੈ। ਸਰਕਾਰ ਇੱਦਾਂ ਨਹੀਂ ਜਿਹੜੀ ਸਬਸਿਡੀਆਂ ਹੈ ਉਹ ਤਾਂ ਟਾਈਮਲੀ ਦੇ ਨਹੀਂ ਰਹੀ। ਇਹਦੇ ਨਾਲ ਹੋਏਗਾ ਕੀ ਕਿ ਜਿਹੜੇ ਪਬਲਿਕ ਸੈਕਟਰ ਦੇ ਚੰਗੇ ਅਦਾਰੇ, ਜਿਸ ਤਰ੍ਹਾਂ ਅਸੀਂ ਹੋਰ ਦੇਖ ਰਹੇ ਹਾਂ, ਪਹਿਲਾਂ ਆਟਾ ਦਾਲ ਸਕੀਮ ਨੇ ਕਿੰਨੇ ਅਦਾਰੇ ਜਿਹੜੇ ਉਹ ਨਾਕਾਮ ਕਰਤੇ, ਫੇਲ ਕਰਤੇ ਨੇ। ਇਸ ਤਰ੍ਹਾਂ ਜਦੋਂ ਵੀ ਕੋਈ ਰਿਆਇਤ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਵੱਧ ਜਿਹੜਾ ਮਿਸਯੂਜ਼ ਹੁੰਦਾ ਹੈ ਉਹ ਪਾਵਰਕੌਮ ਹੁੰਦਾ ਹੈ, ਪਾਵਰ ਸੈਕਟਰ ਹੁੰਦਾ ਹੈ। ਪਹਿਲਾਂ ਜਦੋਂ ਗੱਠਜੋੜ ਸਰਕਾਰ ਹੁੰਦੀ ਸੀ ਦੇਖਦੇ ਹੁੰਦੇ ਸੀ ਕਿ ਉਹ ਟਿਊਬਵੈੱਲ ਕਨੈਕਸ਼ਨ ਵੱਡੀ ਪੱਧਰ ਤੇ ਸਿਆਸੀ ਲਾਹੇ ਚੋਣਾਂ ਵੇਲੇ ਵੰਡੇ ਜਾਂਦੇ ਸੀਗੇ ਲੋਕਾਂ ਨੂੰ, ਤਾਂ ਸਭ ਤੋਂ ਵੱਧ ਜਿਹੜਾ ਰਗੜਾ ਉਹ ਪਾਵਰਕੌਮ ਨੂੰ ਲੱਗਦਾ ਹੈ। ਅਗਰ ਅਸੀਂ ਪਬਲਿਕ ਸੈਕਟਰ ਦੇ ਇਸ ਕਿਸਮ ਦੇ ਅਦਾਰਿਆਂ ਨੂੰ ਮਿਸਯੂਜ਼ ਕਰਾਂਗੇ, ਲੋੜੋਂ ਵੱਧ ਮਿਸਯੂਜ਼ ਕਰਾਂਗੇ, ਤਾਂ ਉਹ ਅਲਟੀਮੇਟਲੀ ਫੇਲ ਹੋਣਗੇ ਤਾਂ ਉਹਦੇ ਨਾਲ ਜਿਹੜਾ ਨਿੱਜੀਕਰਨ ਦਾ ਰਾਹ ਹੈ ਜਿਹੜਾ ਉਹ ਮੋਕਲਾ ਹੋਏਗਾ ਤੇ ਅਲਟੀਮੇਟਲੀ ਇਹਦਾ ਨੁਕਸਾਨ ਹੈ ਉਹ ਆਮ ਪਬਲਿਕ ਨੂੰ ਹੋਏਗਾ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਪਹਿਲਾਂ ਹੀ ਜ਼ਿਕਰ ਕਰਕੇ ਹਟੇ ਹੋ ਕਿ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਜਿਹੜਾ ਹੈਗਾ ਕੁਝ ਧਨਾੜ ਲੋਕ ਜਿਹੜੇ ਹੈ ਲੈਣ ਲੱਗੇ ਹੋਏ ਨੇ। ਜੇਕਰ ਗੱਲ ਕਰੀਏ ਖੇਤੀ ਖੇਤਰ ਦੀ ਤਾਂ ਉੱਥੇ ਵੀ ਸਾਰਿਆਂ ਜਿਹੜੇ ਟਿਊਬਵੈੱਲਾਂ ਦਾ ਬਿੱਲ ਹੈ ਉਹ ਮਾਫ ਕੀਤਾ ਹੋਇਆ। ਕੀ ਇਹ ਧਾਰਨਾ ਉੱਥੇ ਨਹੀਂ ਲਾਗੂ ਹੋਣੀ ਚਾਹੀਦੀ? ਨਹੀਂ, ਬਿਲਕੁਲ ਉਹ ਸਭ ਪਾਸੇ ਸੇਮ ਥਿੰਗ ਹੈ। ਜਿਸ ਟਾਈਮ ਗੱਠਜੋੜ ਦੀ ਸਰਕਾਰ ਸੀ 1997 'ਚ, ਵੈਸੇ ਤਾਂ ਉਸ ਤੋਂ ਪਹਿਲਾਂ ਹੀ ਬੀਬੀ ਰਜਿੰਦਰ ਕੌਰ ਭੱਠਲ ਕੁਛ ਟਾਈਮ ਲਈ ਮੁੱਖ ਮੰਤਰੀ ਬਣੇ ਸੀ, ਉਹਨਾਂ ਨੇ ਮੁਫਤ ਬਿਜਲੀ ਤੇ ਮੁਫਤ ਆਬਿਆਨਾ ਜਿਹੜਾ ਨਹਿਰੀ ਪਾਣੀ ਤੇ ਲਾਇਆ ਸੀ ਉਹਨੂੰ ਮਾਫ ਕਰਨ ਦਾ ਐਲਾਨ ਕੀਤਾ ਸੀਗਾ। ਉਸ ਤੋਂ ਬਾਅਦ ਮੈਨੀਫੈਸਟੋ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਦੀ ਸਰਕਾਰ ਬਣੀ ਹੈ ਬਾਅਦ 'ਚ, ਉਹਨਾਂ ਨੇ ਵੀ ਆਪਣੇ ਮੈਨੀਫੈਸਟੋ ਦੇ ਵਿੱਚ ਦਰਜ ਕੀਤਾ ਸੀ ਤੇ ਇਹ ਖੇਤੀ ਸੈਕਟਰ ਦੇ ਲਈ ਜਿਹੜੇ ਟਿਊਬਵੈੱਲਾਂ ਦੇ ਬਿੱਲ ਸੀ ਉਹ ਮਾਫ ਕੀਤੇ ਗਏ ਸੀਗੇ। ਤਾਂ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਤੋਂ ਅਸੀਂ ਮੁਫਤ ਬਿਜਲੀ ਦੇਣੀ ਸ਼ੁਰੂ ਕੀਤੀ ਹੈ ਕਿਸਾਨਾਂ ਨੂੰ, ਕੀ ਕਿਸਾਨਾਂ ਦੇ ਸਾਰੇ ਦੁੱਖ ਹੈ ਜਿਹੜੇ ਉਹ ਕੱਟੇ ਗਏ? ਹਾਲਾਂਕਿ ਉਲਟਾ ਇਹ ਅਸਰ ਹੋਇਆ ਕਿ ਖੁਦਕਸ਼ੀਆਂ ਦਾ ਜਿਹੜਾ ਦੌਰ ਹੈ ਉਹ 1997 'ਚ ਆ ਕੇ ਸਿਖਰ ਵੱਲ ਜਾਂਦਾ ਹੈਗਾ। ਬਹੁਤ ਵੱਡੀ ਪੱਧਰ ਤੇ ਖੁਦਕਸ਼ੀਆਂ ਜਿਹੜੀਆਂ ਉਦੋਂ ਸ਼ੁਰੂ ਹੋਈਆਂ ਨੇ ਤੇ ਕਿਸਾਨੀ ਦਾ ਅੱਜ ਕੀ ਹਾਲ ਹੈ? ਕਿੰਨੇ ਖੁਦਕਸ਼ੀਆਂ ਦਾ ਦੌਰ ਅਜੇ ਵੀ ਰੁਕ ਨਹੀਂ ਰਿਹਾ। ਹਰ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਕਿ ਖੁਦਕਸ਼ੀਆਂ ਨਾ ਕਰੋ, ਸਾਡੀ ਸਰਕਾਰ ਆ ਜਾਏਗੀ। ਹੁਣ ਕੇਜਰੀਵਾਲ ਵੀ ਇਹੀ ਕਹਿ ਰਿਹਾ ਕਿ ਖੁਦਕਸ਼ੀਆਂ ਨਾ ਕਰੋ, ਸਾਡੀ ਸਰਕਾਰ ਆ ਜਾਏਗੀ। ਪਰ ਕਿਸਾਨੀ ਉੱਥੋਂ ਦੀ ਉੱਥੇ ਖੜੀ ਹੈ। ਛੋਟੀ ਕਿਸਾਨੀ ਨੂੰ ਤਾਂ ਦੇਖੋ ਟਿਊਬਵੈੱਲ ਕਨੈਕਸ਼ਨ ਹੈ ਜਿਹੜੇ ਉਹ ਮਿਲਦੇ ਹੀ ਨਹੀਂ, ਕਿਉਂਕਿ ਉਹਨਾਂ ਦੀ ਕੋਈ ਸਿਆਸੀ ਪਹੁੰਚ ਨਹੀਂ ਹੁੰਦੀ। ਇਸ ਤਰ੍ਹਾਂ ਜੇ ਮਿਲ ਵੀ ਜਾਣ ਤਾਂ ਉਹਨਾਂ ਦੀ ਵਿੱਤੀ ਪਹੁੰਚ ਨਹੀਂ ਹੁੰਦੀ ਫਿਰ। ਤਾਂ ਇਹਦੇ ਵਿੱਚ ਵੀ ਫਾਇਦਾ ਜਿਹੜਾ ਉਹ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਉਹੀ ਧਨਾੜ ਲੋਕ ਜਾਂ ਰਸੂਖ ਵਾਲੇ ਲੋਕ ਹੈ ਉਹੀ ਲੈ ਜਾਂਦੇ ਨੇ। ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ 14.5 ਲੱਖ ਟਿਊਬਵੈੱਲ ਕਨੈਕਸ਼ਨ ਹੈ ਜਿਨ੍ਹਾਂ ਨੂੰ ਤਕਰੀਬਨ 6700 ਕਰੋੜ ਐਨੂਅਲੀ ਜਿਹੜੀ ਖੇਤੀ ਸਬਸਿਡੀ ਹੈ ਉਹ ਮਿਲਦੀ ਹੈਗੀ ਹੈ। ਤਾਂ ਬਾਦਲ ਪਿੰਡ ਵਾਲੇ ਜਿਹੜੇ ਵੱਡੇ ਪਰਿਵਾਰ ਨੇ ਉਹ ਵੀ ਇਸ ਸਬਸਿਡੀ ਦਾ ਲਾਹਾ ਲੈ ਰਹੇ ਨੇ। ਤੇ ਇੱਕ ਡਾਟਾ ਦੇਖਿਆ ਸੀ ਅਸੀਂ ਕਿ ਸੁਖਪਾਲ ਖਹਿਰਾ ਹੋਰਾਂ ਦੇ ਵੀ ਆਪਣੇ ਖੇਤੀ ਦੇ ਵਿੱਚ 9 ਟਿਊਬਵੈੱਲ ਕਨੈਕਸ਼ਨ ਨੇ ਤੇ ਇਹ ਔਸਤਨ ਦੇਖੀਏ ਤਾਂ ਇੱਕ ਪਰਿਵਾਰ ਹੈ ਜਿਹੜਾ ਉਹ 47,800 ਰੁਪਇਆ ਐਨੂਅਲੀ ਉਹਨੂੰ ਖੇਤੀ ਸਬਸਿਡੀ ਮਿਲਦੀ ਹੈ ਕਿਸਾਨ ਨੂੰ ਟਿਊਬਵੈੱਲ ਦੇ ਉੱਪਰ। ਇਸ ਲਿਹਾਜ਼ ਨਾਲ ਖਹਿਰਾ ਸਾਹਿਬ ਹੋਰਾਂ ਨੂੰ ਵੀ ਮੈਨੂੰ ਲੱਗਦਾ ਹੈ ਤਕਰੀਬਨ 4 ਲੱਖ ਤੋਂ ਜ਼ਿਆਦਾ ਸਬਸਿਡੀ ਹੈ
ਉਹ ਐਨੂਅਲੀ ਪੇ ਹੋ ਜਾਂਦੀ। ਉਹ ਇਕੱਲੇ ਖਹਿਰਾ ਸਾਹਿਬ ਨੇ, ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਦੇ ਜਿਹੜੇ ਬਿਲਕੁਲ ਮੇਨ ਲੋਕ ਨੇ। ਤਾਂ ਅਸੀਂ ਇੱਕ ਮੈਂ ਡਾਟਾ ਪ੍ਰੋਕਿਓਰ ਕੀਤਾ ਹੈ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਜੀ ਤੇ ਤਕਰੀਬਨ 10,000 ਕਿਸਾਨ ਇਹੋ ਜਿਹੇ ਨੇ ਵੱਡੇ ਪਹੁੰਚ ਵਾਲੇ, ਜਿਨ੍ਹਾਂ ਕੋਲੇ 4-4 ਮੋਟਰਾਂ ਨੇ ਜਾਂ ਇਹਨਾਂ ਤੋਂ ਜ਼ਿਆਦਾ ਮੋਟਰਾਂ ਨੇ। ਇਸ ਤਰ੍ਹਾਂ 29,000 ਕਿਸਾਨ ਉਹ ਨੇ ਜਿਨ੍ਹਾਂ ਕੋਲ 3-3 ਮੋਟਰਾਂ ਨੇ। 1,42,000 ਕਿਸਾਨ ਉਹ ਨੇ ਆਤਿਸ਼ ਜਿਨ੍ਹਾਂ ਕੋਲੇ 2-2 ਮੋਟਰਾਂ ਨੇ, ਡਬਲ ਮੋਟਰਾਂ ਨੇ। ਤਾਂ ਇਹ ਟੋਟਲ ਸਾਰੀ ਗਿਣਤੀ ਹੈ ਜਿਹੜੀ 2 ਜਾਂ 2 ਤੋਂ ਜ਼ਿਆਦਾ ਮੋਟਰਾਂ ਵਾਲੇ ਕਿਸਾਨਾਂ ਦੀ ਗਿਣਤੀ ਪੰਜਾਬ ਦੇ ਵਿੱਚ 1,82,000 ਬਣ ਜਾਂਦੀ ਹੈ। ਹੁਣ ਸਾਨੂੰ 6700 ਕਰੋੜ ਰੁਪਈਆ ਅਸੀਂ ਸਬਸਿਡੀ ਦਿੰਦੇ ਹਾਂ। ਤਾਂ ਇਹ ਜਿਹੜੇ 1,82,000 ਹੈ, ਇਹੀ ਵੱਡਾ 26% ਸ਼ੇਅਰ ਹੈ ਜਿਹੜਾ ਸਬਸਿਡੀ ਦਾ, ਤਕਰੀਬਨ 1,800 ਕਰੋੜ ਰੁਪਏ ਦੀ ਸਬਸਿਡੀ ਹੈ, ਉਹ ਇਹਨਾਂ ਨੂੰ ਮਿਲਦੀ ਹੈ। ਕਹਿਣ ਤੋਂ ਭਾਵ ਕਿ 8% ਕਿਸਾਨ ਹੈ, ਉਹ ਸਬਸਿਡੀ ਦਾ 26% ਸ਼ੇਅਰ ਹੈ ਜਿਹੜਾ ਉਹ ਇਕੱਲੇ ਲੈ ਜਾਂਦੇ ਨੇ। ਤਾਂ ਫਾਰਮਰ ਕਮਿਸ਼ਨ ਜਿਹੜਾ ਪਿੱਛੇ ਬਣਾਇਆ ਸੀ ਸਰਕਾਰ ਨੇ, ਉਹਨੇ ਵੀ ਆਪਣੀ ਇਹ ਪ੍ਰਪੋਜ਼ਲ ਦੇ ਵਿੱਚ ਤਜਵੀਜ਼ ਕੀਤਾ ਹੋਇਆ ਕਿ ਜਿਹੜੀ ਖੇਤੀ ਸਬਸਿਡੀ ਹੈ ਜਾਂ ਮੁਫਤ ਬਿਜਲੀ ਹੈ, ਇਹ 10 ਏਕੜ ਤੋਂ ਵੱਧ ਵਾਲੇ ਕਿਸਾਨਾਂ ਨੂੰ ਨਹੀਂ ਮਿਲਣੀ ਚਾਹੀਦੀ। ਪਰ ਅੱਜ ਤੱਕ ਸਰਕਾਰ ਨੇ ਲਾਗੂ ਨਹੀਂ ਕੀਤਾ। ਤੁਹਾਡੇ ਚੇਤੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜਿਹੜੇ ਧਨਾੜ ਕਿਸਾਨ ਹੈ ਜਾਂ ਪੋਲੀਟੀਸ਼ੀਅਨ ਹੈ, ਉਹ ਆਪਣੀ ਮਰਜ਼ੀ ਦੇ ਨਾਲ ਜਿਹੜੀ ਸਬਸਿਡੀ ਹੈ ਖੇਤਾਂ ਵਾਲੀ ਛੱਡ ਸਕਦੇ ਨੇ। ਪਰ ਉਹਦੇ ਵਿੱਚ ਕਿੰਨੇ ਕੁ ਜਾਣੇ ਸਾਹਮਣੇ ਆਏ? ਮਨਪ੍ਰੀਤ ਬਾਦਲ ਨੇ ਸਬਸਿਡੀ ਛੱਡੀ ਹੈ, ਸੁਨੀਲ ਜਾਖੜ ਹੋਰਾਂ ਨੇ ਛੱਡੀ ਹੈਗੀ ਹੈ, ਸੁਖਜਿੰਦਰ ਦਾ ਸਾਰੇ 10 ਕਨੈਕਸ਼ਨ ਬਣਦੇ ਨੇ ਜਿਨ੍ਹਾਂ ਨੇ ਸਬਸਿਡੀ ਨੂੰ ਛੱਡਿਆ ਆਪਣੀ ਮਰਜ਼ੀ ਦੇ ਮੁਤਾਬਕ। ਉਹਨਾਂ 'ਚੋਂ ਇੱਕ ਅੱਧਾ ਤਾਂ ਇਹੋ ਜਿਹਾ ਵੀ ਹੈ ਕਿ ਜਿਹਨੇ ਅਜੇ ਤੱਕ ਉਹ ਸਬਸਿਡੀ ਤਾਂ ਛੱਡਤੀ ਪਰ ਪੈਸੇ ਅਜੇ ਤੱਕ ਨਹੀਂ ਭਰੇ। ਤਾਂ ਇਸ ਕਿਸਮ ਦਾ ਹੈ। ਇਕੱਲਾ ਖੇਤੀ ਵਾਲਾ ਨਹੀਂ, ਆਤਿਸ਼ੇ ਤੋਂ ਬਿਨਾਂ ਇੰਡਸਟਰੀ ਦੀ ਨਜ਼ਰ ਮਾਰੀਏ ਤਾਂ ਇੰਡਸਟਰੀ ਨੂੰ 2,000 ਕਰੋੜ ਦੇ ਕਰੀਬ ਜਿਹੜੀ ਸਬਸਿਡੀ ਮਿਲ ਰਹੀ ਹੈ। ਤਾਂ ਉਹਦੇ ਵਿੱਚ ਵੀ ਵੱਡੇ ਜਿਹੜੇ ਲਾਰਜ ਸਕੇਲ ਇੰਡਸਟਰੀ ਹੈ, ਉਹਨੂੰ 1,200 ਕਰੋੜ ਰੁਪਏ ਦੀ ਸਬਸਿਡੀ ਮਿਲ ਜਾਂਦੀ ਹੈ। ਉਹਨਾਂ ਨੂੰ ਵੀ ਅੱਗੇ ਨਜ਼ਰ ਮਾਰੀਏ ਤਾਂ ਉਹਦੇ ਵਿੱਚ ਵੀ ਛੋਟੇ ਇੰਡਸਟਰੀਲਿਸਟ ਹੈ ਜਿਹੜੀ ਉਹ ਪਛੜ ਜਾਂਦੇ ਨੇ। ਤਾਂ 100 ਇੰਡਸਟਰੀਜ਼ ਪੰਜਾਬ ਦਾ ਅਜੇ ਹੈ ਜਿਹਨੂੰ 500 ਕਰੋੜ ਰੁਪਏ ਐਨੂਅਲੀ ਸਬਸਿਡੀ ਜਿਹੜੀ ਸਰਕਾਰ ਹੈ ਉਹ ਦੇ ਰਹੀ ਹੈ। ਤਾਂ ਉਹਨਾਂ ਦੇ ਵਿੱਚੋਂ ਟੌਪ 'ਤੇ ਨਜ਼ਰ ਮਾਰੀਏ ਤਾਂ ਲੁਧਿਆਣੇ ਵਾਲੇ ਜਿਹੜੀ ਗਰੁੱਪ ਨਾਹਰ ਹੋਇਆ, ਵਰਧਮਾਨ ਹੋਇਆ, ਇਹ ਇੱਕ ਗਰੁੱਪ ਨੂੰ 33 ਕਰੋੜ ਰੁਪਏ ਦੀ ਸਬਸਿਡੀ ਇਹਨੂੰ ਮਿਲਦੀ ਹੈਗੀ ਹੈ। ਇੱਕ ਗਰੁੱਪ ਨੂੰ ਜਿਹੜੀ 27 ਕਰੋੜ ਮਿਲਦੀ ਹੈ। ਔਸਤਨ ਦੇਖੀਏ ਤਾਂ 14 ਲੱਖ ਰੁਪਏ ਹਰ ਇੰਡਸਟਰੀਲਿਸਟ ਨੂੰ ਸਬਸਿਡੀ ਮਿਲ ਰਹੀ ਹੈ। ਹਾਲਾਂਕਿ ਕਿਸਾਨ ਨੂੰ ਤਾਂ 47,800 ਰੁਪਇਆ ਐਨੂਅਲੀ ਸਬਸਿਡੀ ਮਿਲਦੀ ਹੈ। ਤਾਂ ਜਿੰਨਾ ਵੀ ਸਬਸਿਡੀਆਂ ਦਾ ਖੇਡ ਹੈ, ਜਿਹੜਾ ਅਸੀਂ ਕਹਿੰਦੇ ਕਿ ਕਿਸਾਨ ਦੇ ਨਾਮ 'ਤੇ ਜਾਂ ਛੋਟੇ ਸਨਅਤਕਾਰ ਦੇ ਨਾਂ 'ਤੇ ਸਬਸਿਡੀਆਂ ਅਸੀਂ ਦੇ ਰਹੇ ਹੈਗੇ ਹਾਂ, ਅਸਲ 'ਚ ਪਰਦੇ ਪਿੱਛੇ ਕਿ ਇਹਨਾਂ ਸਬਸਿਡੀਆਂ ਦਾ ਜਿਹੜਾ ਫਾਇਦਾ ਹੈ, ਲਾਹ ਹੈ, ਉਹ ਵੱਡੇ ਲੋਕ ਜਾਂ ਰਸੂਖਵਾਨ ਲੋਕ ਜਿਹੜੇ ਧਨਾਢ ਲੋਕ ਹੈ ਉਹ ਲੈ ਜਾਂਦੇ ਹੈ। ਇਸ ਕਰਕੇ ਸਰਕਾਰ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਪੈਮਾਨਾ ਬਣਾਉਣਾ ਪਏਗਾ ਕਿ ਜਿਹੜੇ ਇਨਕਮ ਟੈਕਸ ਪੇਈ ਹੈ ਉਹਨਾਂ ਨੂੰ ਇਹਨਾਂ ਦਾ ਲਾਹਾ ਨਹੀਂ ਮਿਲਦਾ। ਜਿਹੜੇ ਅਸਲ ਲੋੜਵੰਦ ਹੈ ਜਾਂ ਜ਼ਰੂਰਤਮੰਦ ਹੈ ਉਹਨਾਂ ਤੱਕ ਇਹ ਗੇਮ ਹੈ ਜਿਹੜੀ ਪਹੁੰਚਣੀ ਚਾਹੀਦੀ ਹੈ। ਚਰਨਜੀਤ ਜੀ, ਜਿਵੇਂ ਤੁਸੀਂ ਹੁਣੀ ਦੱਸ ਕੇ ਹਟਿਓ ਵੀ ਕਿ ਸਰਕਾਰ ਵੱਲੋਂ ਕੋਈ ਵੀ ਸਕੀਮ ਹੈ ਉਹ ਲੋੜਵੰਦ ਲੋਕਾਂ ਲਈ ਜਿਹੜੀ ਹੈਗੀ ਬਣਾਈ ਜਾਂਦੀ ਹੈ, ਪਰ ਉਸ ਦਾ ਜਿਹੜਾ ਫਾਇਦਾ ਹੈਗਾ ਉਹ ਧਨਾਢ ਲੋਕ ਜਿਹੜਾ ਹੈਗਾ ਜ਼ਿਆਦਾ ਲੈਂਦੇ ਨੇ। ਅਸੀਂ ਜਾਣਨਾ ਚਾਹਾਂਗੇ ਫਿਰ ਇਸ ਦਾ ਹੱਲ ਕੀ ਹੋ ਸਕਦਾ? ਸਰਕਾਰਾਂ ਨੂੰ ਕੀ ਕੁਝ ਕਰਨਾ ਚਾਹੀਦਾ ਤਾਂ ਜੋ ਜਿਹੜਾ ਹੈਗਾ ਇਹਦਾ ਅਸਲ ਫਾਇਦਾ ਜਿਹੜਾ ਹੈਗਾ ਲੋੜਵੰਦ ਲੋਕਾਂ ਨੂੰ ਮਿਲ ਸਕੇ? ਵੈਸੇ ਤਾਂ ਇਹ ਹੁੰਦਾ ਸਰਕਾਰ ਕੋਈ ਵੀ ਜਿਹੜੀ ਡਿਸੀਜ਼ਨ ਲੈਂਦੀ ਹੈਗੀ ਹੈ, ਕੋਈ ਪਾਲਿਸੀ ਬਣਾਉਂਦੀ ਹੈ, ਸਕੀਮ ਬਣਾਉਂਦੀ ਹੈ, ਉਹਦਾ ਜਿਹੜਾ ਆਧਾਰ ਹੈ, ਬੇਸ ਹੈ, ਉਹ ਪੋਲੀਟੀਕਲੀ ਬਣਾਇਆ ਜਾਂਦਾ ਹੈ। ਚਾਹੀਦਾ ਹੈ ਕਿ ਕਾਮਨ ਪੀਪਲ ਨੂੰ, ਪੰਜਾਬ ਦੇ ਆਮ ਲੋਕਾਂ ਨੂੰ ਮੁੱਖ ਰੱਖ ਕੇ ਜਿਹੜੀਆਂ ਸਕੀਮਾਂ ਬਣਾਈਆਂ ਜਾਣ, ਨਾ ਕਿ ਪੋਲੀਟੀਕਲ ਨਜ਼ਰੀਏ ਤੋਂ ਜਿਹੜੀਆਂ ਸਕੀਮਾਂ ਜਿਹੜੀਆਂ ਘੜੀਆਂ ਜਾਣ। ਦੂਸਰੀ ਇਹ ਹੈ ਕਿ ਜਿਹੜਾ ਇਹ ਟੈਂਪਰੇਰੀ ਫੇਜ਼ ਹੈਗਾ ਕਿ ਵੋਟਾਂ ਆਈਆਂ ਜੀ, ਸਾਰੀਆਂ ਪਾਰਟੀਆਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਲਿਖ ਦਿੱਤਾ ਕਿ ਅਸੀਂ ਆਹ ਦੇਵਾਂਗੇ। ਯੂਪੀ ਦੇ ਵਿੱਚ ਪ੍ਰਿੰਕਾ ਗਾਂਧੀ ਕਹਿ ਰਹੀ ਹੈ ਕਿ 40% ਅਸੀਂ ਰਿਜ਼ਰਵੇਸ਼ਨ ਦੇਵਾਂਗੇ, ਔਰਤਾਂ ਨੂੰ ਜਿਹੜੀਆਂ ਲੜਕੀਆਂ ਉਹਨਾਂ ਨੂੰ ਸਕੂਟੀ ਦੇਵਾਂਗੇ। ਇਸ ਕਿਸਮ ਦੇ ਐਲਾਨ ਹੋ ਰਹੇ, ਸਾਰੀਆਂ ਪਾਰਟੀਆਂ ਕਰਦੀਆਂ। ਅਕਾਲੀ ਦਲ ਨੇ 400 ਯੂਨਿਟ ਕਹਿ ਦਿੱਤਾ ਹੈਗਾ, ਕੇਜਰੀਵਾਲ ਨੇ 300 ਯੂਨਿਟ ਕਹਿ ਦਿੱਤਾ, ਤੇ ਚੰਨੀ ਗਵਰਨਮੈਂਟ ਨੇ ਆਉਣ ਵਾਲੇ ਦਿਨਾਂ 'ਚ ਕਹਿਣਾ ਕਿ ਅਸੀਂ ਕਿੰਨੇ ਮਾਫ ਕਰਨੇ ਹੈਗੇ ਨੇ। ਤਾਂ ਇਹਨਾਂ ਦੀ ਥਾਂ 'ਤੇ ਲੋੜ ਤਾਂ ਇਹ ਹੈ ਕਿ ਲੋਕਾਂ ਨੂੰ ਉਸ ਪਹੁੰਚ ਦੇ ਵਿੱਚ ਕੀਤਾ ਜਾਵੇ। ਲੋਕਾਂ ਨੂੰ ਜਿਸ ਤਰ੍ਹਾਂ ਆਪਾਂ ਇਸ ਨਜ਼ਰ ਤੋਂ ਹੀ ਗੱਲ ਕਰਨੀ ਹੋਵੇ ਤਾਂ ਲੋਕਾਂ ਨੂੰ ਤੁਸੀਂ ਸਸਤੀ ਬਿਜਲੀ ਦੇਈਏ ਕਿ ਨਾ ਤਾਂ ਲੋਕ ਆਪਣੀ ਬਿੱਲ ਪੇ, ਉਹਨਾਂ ਦੀ ਕੈਪੈਸਿਟੀ ਹੈਗੀ ਉਹਨਾਂ ਕੁ ਪੇ ਕਰ ਸਕਣ, ਉਹਨਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਾਈ ਜਾਵੇ। ਲੌਂਗ ਟਰਮ ਹੈ ਜਿਹੜੀਆਂ ਪਾਲਿਸੀਆਂ ਉਹ ਬਣਾਈਆਂ ਜਾਣ। ਪਰ ਸਾਡੀਆਂ ਸਰਕਾਰਾਂ ਦੀ ਨੀਅਤ ਇਹੀ ਹੁੰਦੀ ਹੈ, ਇਹਨਾਂ ਨੂੰ ਹੁੰਦਾ ਹੈ ਕਿ ਅਸੀਂ ਰੋਗ ਦੀ ਜਿਹੜੀ ਜੜ੍ਹ ਹੈ ਉਹ ਨਹੀਂ ਕੱਟਣੀ, ਉਹ ਉੱਪਰ ਜਿਹੜੀ ਮੱਲਮ ਹੈ ਉਹ ਲਾਉਂਦੀਆਂ ਰਹਿੰਦੀਆਂ ਨੇ, ਜਿਹਦੇ ਕਰਕੇ ਮਰਜ਼ ਹੈ ਉਹ ਉਸੇ ਤਰ੍ਹਾਂ ਹੀ ਬਰਕਰਾਰ ਰਹਿੰਦਾ ਹੈ। ਅੱਜ ਪੰਜਾਬ ਦੇ ਸਿਰ 3.25 ਲੱਖ ਕਰੋੜ ਰੁਪਏ ਦਾ ਕਰਜ਼ਾ ਹੈਗਾ। ਜੇ ਸਰਕਾਰਾਂ ਦੀਆਂ ਪਾਲਿਸੀਆਂ ਅੱਛੀਆਂ ਹੁੰਦੀਆਂ, ਨਾ ਤਾਂ ਜੀਵਨ ਪੱਧਰ ਲੋਕਾਂ ਦਾ ਸੁਧਰਿਆ ਹੈ ਅਤੇ ਨਾ ਹੀ ਸਾਡੀ ਸਟੇਟ ਹੈ ਉਹ ਅੱਗੇ ਵਧੀਆ, ਬਲਕਿ ਦਿਨ ਬ ਦਿਨ ਪਿਛਾਂਹ ਚਲੀ ਜਾ ਰਹੀ ਹੈ। ਤਾਂ ਪੋਲੀਟੀਸ਼ੀਅਨਾਂ ਨੂੰ ਇਹ ਧਾਰਨਾ ਬਣਾਉਣੀ ਪਏਗੀ ਕਿ ਜੇ ਤਾਂ ਉਹਨਾਂ ਨੇ ਚੋਣਾਂ ਜਿੱਤਣੀਆਂ ਫਿਰ ਤਾਂ ਵੱਖਰੀ ਗੱਲ ਹੈ, ਫਿਰ ਤਾਂ ਰੱਬ ਰਾਖਾ ਹੈਗਾ। ਜੇ ਉਹਨਾਂ ਨੇ ਲੋਕਾਂ ਦੇ ਦਿਲ ਜਿੱਤਣੇ ਆ ਤਾਂ ਜ਼ਰੂਰ ਉਹਨਾਂ ਨੂੰ ਲੌਂਗ ਟਰਮ ਜਿਹੜੀਆਂ ਪਾਲਿਸੀਆਂ ਕਰਨੀਆਂ ਪੈਣਗੀਆਂ ਅਤੇ ਇਸ ਕਿਸਮ ਦੇ ਜਿਹੜੇ ਫੈਸਲਿਆਂ ਤੋਂ, ਲੋਕ ਲੁਭਾਈ ਨਾਅਰਿਆਂ ਤੋਂ ਔਰ ਰਿਆਇਤਾਂ ਤੋਂ ਗੁਰੇਜ਼ ਕਰਨਾ ਹੋਏਗਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ,
ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਸੂਬਾ ਸਰਕਾਰਾਂ ਹੁਣ ਚਾਹੇ ਕੋਈ ਵੀ ਸਿਆਸੀ ਪਾਰਟੀਆਂ ਉਹ ਚੋਣਾਂ ਨੂੰ ਨਜ਼ਦੀਕ ਆਉਂਦਿਆਂ ਦੇਖ ਕੇ ਜਿਹੜਾ ਹੈਗਾ ਆਰਜੀ ਤੌਰ ਤੇ ਇਹੋ ਜਿਹੇ ਐਲਾਨ ਕਰਦੀਆਂ ਨੇ, ਜਿਹਦਾ ਬੋਝ ਜਿਹੜਾ ਹੈਗਾ ਆਪਣੇ ਟੈਕਸ ਪੇਅਰ ਲੋਕਾਂ 'ਤੇ ਹੀ ਪੈਂਦਾ ਹੈ, ਸਰਕਾਰ ਦੇ ਖਜ਼ਾਨੇ 'ਤੇ ਹੀ ਪੈਂਦਾ ਹੈ। ਜਦ ਕਿ ਸਿਆਸੀ ਪਾਰਟੀਆਂ ਹੋਣ ਜਾਂ ਸਿਆਸੀ ਧਿਰਾਂ, ਉਹਨਾਂ ਨੂੰ ਚਾਹੀਦਾ ਇਹ ਹੈ ਉਹ ਇਹ ਆਰਜੀ ਤੌਰ 'ਤੇ ਐਲਾਨ ਕਰਨ ਦੀ ਥਾਂ 'ਤੇ ਲੌਂਗ ਟਰਮ ਜਿਹੜੇ ਹੈਗੇ ਪਾਲਿਸੀਆਂ ਤਿਆਰ ਕਰਨ, ਜਿਸ ਦਾ ਫਾਇਦਾ, ਜਿਸ ਦਾ ਲਾਭ ਹਰ ਵਰਗ ਦੇ ਲੋਕਾਂ ਨੂੰ ਮਿਲ ਸਕੇ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਵੀ ਕਿ ਸਰਕਾਰਾਂ ਕਿਹੋ ਜਿਹੇ ਫੈਸਲੇ ਲੈਂਦੀਆਂ ਨੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।